Hello students. In my previous lecture we discussed nature of Indian economy on the eve of independence। ਅਸੀਂ ਉਸ ਤੋਂ ਪਹਿਲੇ ਆਪਣੇ ਪਿਛਲੇ ਲੈਕਚਰ ਵਿੱਚ ਉਸ ਦੇ 4 ਪੁਆਇੰਟ ਨੂੰ ਡਿਸਕਸ ਕੀਤਾ ਸੀ। ਹੁਣ ਅਸੀਂ ਉਸ ਤੋਂ ਨੈਕਸਟ ਪੁਆਇੰਟ ਨੂੰ ਡਿਸਕਸ ਕਰਾਂਗੇ। ਫਸਟ ਫਿਫਥ ਪੁਆਇੰਟ ਇਜ਼ ਡਿਸਇੰਟੀਗ੍ਰੇਟਡ ਇਕੋਨਮੀ ਔਰ ਇਫੈਕਟ ਆਫ ਪਾਰਟੀਸ਼ਨ ਔਨ ਇੰਡੀਅਨ ਇਕੋਨਮੀ, ਕਿ ਜਦੋਂ ਪਾਰਟੀਸ਼ਨ ਹੋਈ ਉਸਦਾ ਇੰਡੀਅਨ ਇਕੋਨਮੀ 'ਤੇ ਕੀ ਇਫੈਕਟ ਪਿਆ। ਫਸਟ ਇਜ਼ ਫੂਡ ਗ੍ਰੇਨ। ਪਾਰਟੀਸ਼ਨ ਦੇ ਕਾਰਨ ਜਿਹੜੀ ਇੰਡੀਆ ਆ, ਜਦੋਂ ਪਾਰਟੀਸ਼ਨ ਹੋਈ ਉਸ ਟਾਈਮ 82% ਆਫ ਪਾਪੂਲੇਸ਼ਨ ਅਤੇ 77% ਆਫ ਜਿਹੜਾ ਜੀਓਗ੍ਰਾਫੀਕਲ ਏਰੀਆ ਸੀ ਉਹ ਇੰਡੀਆ ਦੇ ਹਿੱਸੇ ਵਿੱਚ ਆਇਆ। ਜਿਸ ਕਾਰਨ ਕੀ ਹੋਇਆ, ਲਾਰਜ ਫੂਡ ਗ੍ਰੇਨ ਪ੍ਰੋਡਿਊਸਿੰਗ ਏਰੀਆ ਸੀ ਜਿਹੜਾ ਜਿੱਥੇ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਸੀ ਉਹ ਵੈਸਟ ਪਾਕਿਸਤਾਨ ਦੇ ਵਿੱਚ ਚਲਾ ਗਿਆ, ਜਿਸ ਕਾਰਨ ਇੰਡੀਆ ਦੇ ਵਿੱਚ ਫੂਡ ਦੀ ਸ਼ੋਰਟੇਜ ਹੋ ਗਈ। ਆਫਟਰ ਪਾਰਟੀਸ਼ਨ ਜਿਹੜਾ ਵੈਸਟ ਪਾਕਿਸਤਾਨ ਸੀਗਾ ਉਹ ਸਰਪਲਸ ਫੂਡ ਪ੍ਰੋਡਿਊਸਿੰਗ ਏਰੀਆ ਬਣ ਗਿਆ ਅਤੇ ਇੰਡੀਆ ਇਜ਼ ਏ ਫੂਡ ਡੈਫੀਸੈਂਟ ਕੰਟਰੀ। ਇੰਡੀਆ ਵਿੱਚ ਫੂਡ ਦੀ ਡੈਫੀਸੈਂਸੀ ਹੋ ਗਈ ਸੀ ਉਸ ਟਾਈਮ। ਨੈਕਸਟ ਇਜ਼ ਸ਼ੋਰਟੇਜ ਆਫ ਰॉ ਮਟੀਰੀਅਲ। ਆਫਟਰ ਪਾਰਟੀਸ਼ਨ ਜਿਹੜੇ ਲਾਰਜ ਕਾਟਨ ਪ੍ਰੋਡਿਊਸਿੰਗ ਏਰੀਆ ਸੀ ਉਹ ਵੈਸਟ ਪਾਕਿਸਤਾਨ ਅਤੇ ਲਾਰਜ ਜੂਟ ਪ੍ਰੋਡਿਊਸਿੰਗ ਏਰੀਆ ਸੀ ਉਹ ਈਸਟ ਪਾਕਿਸਤਾਨ ਦੇ ਵਿੱਚ ਚਲ ਗਿਆ ਸੀ, ਜਿਸ ਕਾਰਨ ਜਿਹੜੇ ਇੰਡੀਆ ਦੇ ਵਿੱਚ ਰॉ ਮਟੀਰੀਅਲ ਦੀ ਬਹੁਤ ਜ਼ਿਆਦਾ ਸ਼ੋਰਟੇਜ ਹੋ ਗਈ ਸੀਗੀ। ਆਫਟਰ ਪਾਰਟੀਸ਼ਨ ਜਿਹੜੀ ਕਾਟਨ ਟੈਕਸਟਾਈਲ ਇੰਡਸਟਰੀ ਸੀ ਇੰਡੀਆ ਦੇ ਵਿੱਚ ਅਤੇ ਜੂਟ ਇੰਡਸਟਰੀ ਸੀ ਉਹਨਾਂ ਵਿੱਚ ਸ਼ੋਰਟੇਜ ਆਫ ਰॉ ਮਟੀਰੀਅਲ ਹੋ ਗਿਆ ਸੀ, ਉਹਨਾਂ ਨੂੰ ਰॉ ਮਟੀਰੀਅਲ ਨਹੀਂ ਮਿਲਿਆ ਸੀ ਪ੍ਰੋਡਕਸ਼ਨ ਕਰਨ ਦੇ ਲਈ, ਜਿਸ ਕਾਰਨ ਜਿਹੜੀਆਂ ਕੁਝ ਸਮ ਇੰਡਸਟਰੀ ਸੀ ਜਿਨ੍ਹਾਂ ਨੂੰ ਬੰਦ ਕਰਨਾ ਪਿਆ, ਕਲੋਜ਼ ਡਾਊਨ ਕਰਨਾ ਪਿਆ ਉਹਨਾਂ ਦਾ, ਕਿਉਂਕਿ ਇੰਡੀਆ ਜ਼ਿਆਦਾਤਰ ਉਸ ਟਾਈਮ ਕੀ ਹੋ ਗਿਆ, ਡਿਪੈਂਡ ਕਰਨ ਲੱਗ ਪਿਆ ਰॉ ਮਟੀਰੀਅਲ ਦੇ ਲਈ, ਇੰਪੋਰਟਸ ਕਰਨ ਲੱਗ ਪਿਆ, ਡਿਪੈਂਡੈਂਟ ਹੋ ਗਿਆ ਇੰਪੋਰਟਸ ਦੇ ਉੱਪਰ। ਨੈਕਸਟ ਇਜ਼ ਲਿਮਿਟਡ ਮਾਰਕੀਟ। ਜਿਹੜੀਆਂ ਪਾਰਟੀਸ਼ਨ ਦੇ ਟਾਈਮ ਜਿਹੜੀਆਂ ਸਮ ਡਿਵੈਲਪਡ ਮਾਰਕੀਟ ਸੀਗੀਆਂ ਉਹ ਵੈਸਟ ਪਾਕਿਸਤਾਨ ਅਤੇ ਈਸਟ ਪਾਕਿਸਤਾਨ ਦੇ ਵਿੱਚ ਚਲ ਗਈਆਂ, ਕਿਉਂਕਿ ਉਸ ਟਾਈਮ ਜਿਹੜੀ ਵੈਲ ਡਿਵੈਲਪ ਮਾਰਕੀਟ ਸੀ ਕਰਾਚੀ ਸੀ, ਲਾਹੌਰ ਸੀ, ਢਾਕਾ ਸੀ, ਇਸਲਾਮਾਬਾਦ, ਸਿੰਧ ਐਕਸੈਕਟਰਾ ਸੀ, ਇਹ ਸਾਰੀਆਂ ਬਹੁਤ ਹੀ ਵੈਲ ਡਿਵੈਲਪਡ ਮਾਰਕੀਟ ਸੀ। ਬਟ ਆਫਟਰ ਪਾਰਟੀਸ਼ਨਸ ਇਹ ਸਾਰੀਆਂ ਜਿਹੜੀਆਂ ਡਿਵੈਲਪਡ ਮਾਰਕੀਟ ਸੀਗੀਆਂ ਈਸਟ ਅਤੇ ਵੈਸਟ ਪਾਕਿਸਤਾਨ ਵਿੱਚ ਚਲੇ ਗਈਆਂ, ਜਿਸ ਕਾਰਨ ਜਿਹੜੀ ਇੰਡੀਆ ਦੇ ਵਿੱਚ ਫਿਨਿਸ਼ ਪ੍ਰੋਡਕਟਸ ਨੂੰ ਸੇਲ ਕਰਨ ਦੇ ਲਈ ਬਹੁਤ ਸਾਰੀਆਂ ਪ੍ਰੋਬਲਮਸ ਦਾ ਫੇਸ ਕਰਨਾ ਪਿਆ। ਨੈਕਸਟ ਇਜ਼ ਡਿਸਲੋਕੇਸ਼ਨ ਆਫ ਮਾਸਿਸ। ਪਾਰਟੀਸ਼ਨ ਰਿਜ਼ਲਟਡ ਇਨ ਸ਼ਿਫਟਿੰਗ ਆਫ ਮਾਸਸ ਫਰੋਮ ਇੰਡੀਆ ਟੂ ਪਾਕਿਸਤਾਨ ਐਂਡ ਪਾਕਿਸਤਾਨ ਟੂ ਇੰਡੀਆ। ਜਦੋਂ ਪਾਰਟੀਸ਼ਨ ਹੋਈ ਲੋਕੀ ਇੰਡੀਆ ਟੂ ਪਾਕਿਸਤਾਨ ਅਤੇ ਪਾਕਿਸਤਾਨ ਟੂ ਇੰਡੀਆ ਸ਼ਿਫਟ ਹੋਣ ਲੱਗ ਗਏ, ਜਿਸ ਕਾਰਨ ਬਹੁਤ ਸਾਰੇ ਲੋਕੀ ਮਿਲੀਅਨਸ ਆਫ ਲੋਕੀ ਹੋਮਲੈਸ ਹੋ ਗਏ, ਲੋਕਾਂ ਕੋਲ ਘਰ ਨਹੀਂ ਰਿਹਾ। ਰਿਲੀਫ ਕੈਂਪਸ ਉਸ ਟਾਈਮ ਸੈਟਅਪ ਕੀਤੇ ਗਏ ਲੋਕਾਂ ਨੂੰ ਟੈਂਪਰੇਰੀ ਸ਼ੈਲਟਰ ਦੇਣ ਦੇ ਲਈ। ਗਵਰਨਮੈਂਟ ਲਈ ਉਸ ਟਾਈਮ ਇੱਕ ਬਹੁਤ ਵੱਡਾ ਚੈਲੰਜ ਸੀ ਕਿ ਸਾਰੇ ਲੋਕਾਂ ਲਈ ਇੰਨਾ ਸ਼ੈਲਟਰ ਉਹਨਾਂ ਨੂੰ ਹੋਮਲੈਸ ਲੋਕਾਂ ਨੂੰ ਘਰ ਬਣਾ ਕੇ ਦੇਣੇ, ਇਸ ਲਈ ਉਸ ਟਾਈਮ ਗਵਰਨਮੈਂਟ ਨੂੰ ਕਾਫੀ ਜ਼ਿਆਦਾ ਇਨਵੈਸਟਮੈਂਟ ਕਰਨਾ ਪਿਆ। ਉਸ ਟਾਈਮ ਇਕਨੋਮਿਕ ਗਰੋਥ ਵੀ ਬਹੁਤ ਜ਼ਿਆਦਾ ਡਾਊਨ ਚਲੇ ਗਈ ਸੀ। ਨੈਕਸਟ ਇਜ਼ ਬੈਡ ਇਫੈਕਟ ਔਨ ਰੇਲਵੇਜ਼। ਜਦੋਂ ਇਨੀਸ਼ੀਅਲੀ ਰੇਲਵੇ ਲਾਈਨ ਸੈਟਅਪਸ ਕੀਤੀਆਂ ਗਈਆਂ ਸੀਗੀਆਂ ਉਦੋਂ ਕਿਸੇ ਨੂੰ ਕੋਈ ਆਈਡੀਆ ਨਹੀਂ ਸੀ ਕਿ ਇੱਦਾਂ ਪਾਰਟੀਸ਼ਨ ਹੋਏਗੀ ਨੇਸ਼ਨ ਦੀ, ਬਟ ਜਦੋਂ ਪਾਰਟੀਸ਼ਨ ਹੋਈ ਉਸ ਟਾਈਮ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਗਈਆਂ ਰੇਲਵੇਜ਼ ਲਈ ਵੀ। ਜਿਹੜਾ ਰੇਲ ਨੈਟਵਰਕ ਸੀਗਾ ਉਸਨੂੰ ਰੀਆਰਗਨਾਈਜ਼ ਕਰਨਾ ਪਿਆ, ਬਿਕੋਜ਼ ਜਿਹੜੀ ਰੇਲਵੇ ਲਾਈਨ ਸੀ ਕੁਛ ਬਾਰਡਰਸ ਕਰੋਸ ਕਰਕੇ ਪਾਕਿਸਤਾਨ 'ਚ ਜਾਂਦੀਆਂ ਸੀ ਐਂਡ ਕੁਛ ਪਾਕਿਸਤਾਨ ਦੀ ਟੈਰੀਟਰੀ ਦੇ ਨਜ਼ਦੀਕ ਦੀ ਜਾਂਦੀਆਂ ਸੀ, ਜਿਸ ਕਾਰਨ ਕੀ ਹੋਇਆ ਰੇਲ ਰੂਟਸ ਨੂੰ ਡਿਵਰਟ ਕਰਨਾ ਪਿਆ, ਜਿਸ ਕਾਰਨ ਲਾਰਜ ਸਕੇਲ ਵਿੱਚ ਇਨਵੈਸਟਮੈਂਟ ਕਰਨਾ ਪਿਆ ਰੇਲ ਸੈਕਟਰ ਵਿੱਚ, ਰੇਲਵੇ ਸੈਕਟਰ 'ਚ। ਨੈਕਸਟ ਇਜ਼ ਪ੍ਰੋਬਲਮ ਆਫ ਡਿਵੀਜ਼ਨ ਆਫ ਆਊਟਸਟੈਂਡਿੰਗ ਡੈਪਸ ਐਟ ਦਾ ਟਾਈਮ ਆਫ ਪਾਰਟੀਸ਼ਨ, ਦ ਐਸਟਸ ਆਫ ਰਿਜ਼ਰਵ ਬੈਂਕ ਆਫ ਇੰਡੀਆ। ਪਾਰਟੀਸ਼ਨ ਦੇ ਟਾਈਮ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਕੋਲ ਜਿਹੜੇ ਐਸਟਸ ਸੀਗੇ, ਐਸਟਸ ਲਾਈਕ ਕੈਸ਼, ਗੋਲਡ, ਫੋਰਨ ਸਿਕਿਉਰਿਟੀਜ਼, ਪੌਂਡ ਸਟਰਲਿੰਗਸ, ਇਹਨਾਂ ਸਾਰਿਆਂ ਨੂੰ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਐਗਰੀਡ ਪਲਾਨ ਦੇ ਅਕੋਰਡਿੰਗ ਡਿਵਾਈਡ ਕੀਤੇਗਾ। ਸਿਮਿਲਰਲੀ ਉਸ ਤਰ੍ਹਾਂ ਪ੍ਰੀ ਪਾਰਟੀਸ਼ਨ ਤੋਂ ਪਹਿਲਾਂ ਜਿਹੜਾ ਨੇਸ਼ਨ ਦਾ ਡੈਪਟ ਸੀ, ਅਨਪੇਡ ਲੋਨ ਸੀ, ਉਹਨੂੰ ਵੀ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਡਿਵਾਈਡ ਕੀਤਾ ਗਿਆ। ਜਿਸਦਾ ਪਲਾਨਸ ਦੇ ਅਕੋਰਡਿੰਗ ਜਿਹੜਾ ਪ੍ਰੋਪੋਰਸ਼ਨੇਟ ਐਸਟ ਸੀਗਾ RBI ਨੇ ਉਹ ਪਾਕਿਸਤਾਨ ਨੂੰ ਦੇ ਦਿੱਤਾ ਪਲਾਨਸ ਦੇ ਅਕੋਰਡਿੰਗ, ਬਟ ਜਿਹੜਾ ਰਿਗਾਰਡਿੰਗ ਪ੍ਰੋਪੋਰਸ਼ਨੇਟ ਪ੍ਰੀ ਪਾਰਟੀਸ਼ਨ ਡੈਪਟ ਸੀ ₹300 ਕਰੋੜ ਦਾ ਇਜ਼ ਆਊਟਸਟੈਂਡਿੰਗ ਟਿਲ ਡੈਟ ਵਿਚ ਇੰਪਲਾਈਜ਼ ਹਿਊਜ ਫਾਈਨੈਂਸ਼ੀਅਲ ਲੋਸ ਟੂ, ਮਤਲਬ ਕਿ ਪਾਕਿਸਤਾਨ ਨੇ ਉਹ ਪੇ ਨਹੀਂ ਕੀਤਾ, ਜਿਸ ਕਾਰਨ ਜਿਹੜਾ ਇੰਡੀਆ ਨੂੰ ਬਹੁਤ ਸਾਰਾ ਫਾਈਨੈਂਸ਼ੀਅਲ ਲੋਸ ਹੋਇਆ। ਨੈਕਸਟ ਇਜ਼ ਡਿਸਲੋਕੇਸ਼ਨ ਆਫ ਇੰਡਸਟਰੀਜ਼ ਯੂਨਿਟਸ ਐਜ਼ ਰੈਜ਼ੀਡੈਂਸ਼ੀਅਲ ਏਰੀਆ। ਪਾਰਟੀਸ਼ਨ ਤੋਂ ਬਾਅਦ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਬਾਰਡਰ ਬਣਾਇਆ ਗਿਆ
ਕੁਛ ਇੰਡਸਟਰੀ ਸੀਗੀਆਂ ਅਤੇ ਰੈਜ਼ੀਡੈਂਟ ਏਰੀਆ ਸੀ ਜਿਹੜੇ ਬਾਰਡਰ ਦੇ ਬਿਲਕੁਲ ਉੱਪਰ ਸੀ, ਜਿਸ ਕਾਰਨ ਉਹਨਾਂ ਨੂੰ ਸ਼ਿਫਟ ਕਰਨਾ ਪਿਆ, ਜਿਸ ਕਾਰਨ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਉਸ ਟਾਈਮ ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ। ਨੈਕਸਟ ਇਜ਼ ਸਕੇਅਰਸਿਟੀ ਆਫ ਸਕਿਲਡ ਆਰਟੀਸ਼ੀਅਨਸ। ਆਫਟਰ ਪਾਰਟੀਸ਼ਨ ਬਹੁਤ ਸਾਰੇ ਜਿਹੜੇ ਸਕਿਲਡ ਕਰਾਫਟਮੈਨ ਸੀ, ਇੰਡਸਟਰੀਅਲ ਵਰਕਰ ਸੀਗੇ, ਉਹ ਪਾਕਿਸਤਾਨ ਚਲੇ ਗਏ। ਮੋਸਟ ਆਫ ਦੀ ਸਕਿਲਡ ਵਰਕਰਸ ਵਿੱਚ ਕੌਣ ਹੁੰਦਾ ਸੀ ਉਸ ਟਾਈਮ, ਜਿਹੜੇ ਮਾਈਗਰੇਟ ਹੋ ਗਏ ਸੀ ਮੋਸਟ ਆਫ ਦੀ ਸਕਿਲਡ ਵਰਕਰਸ ਈਸਟ ਅਤੇ ਵੈਸਟ ਪਾਕਿਸਤਾਨ ਦੇ ਵਿੱਚ। ਇਸ ਕਾਰਨ ਜਿਹੜੇ ਸਕਿਲਡ ਵਰਕਰ ਸੀ ਹੈਂਡਲੂਮ, ਹੈਂਡੀਕ੍ਰਾਫਟ, ਕਾਟੇਜ ਇੰਡਸਟਰੀਜ਼ ਵਿੱਚ, ਉਹ ਸਾਰੇ ਪਾਕਿਸਤਾਨ ਚੱਲ ਗਏ, ਜਿਸ ਕਾਰਨ ਜਿਹੜੇ ਇੰਡੀਆ ਦੇ ਵਿੱਚ ਜਿਹੜੀਆਂ ਇੰਡਸਟਰੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀਆਂ ਪਈਆਂ। ਨੈਕਸਟ ਇਜ਼ ਐਕਸੈਸਿਵ ਵਾਇਲੈਂਸ। ਪਾਰਟੀਸ਼ਨ ਦੇ ਟਾਈਮ ਜਦੋਂ ਬਹੁਤ ਸਾਰਾ ਵਾਇਲੈਂਸ ਹੋਇਆ ਕਿ ਬਹੁਤ ਸਾਰੇ ਲੋਕ ਇੱਕ ਦੂਸਰੇ ਨੂੰ ਮਾਰਨ ਲੱਗ ਗਏ ਸੀਗੇ, ਲੋਕ ਹੋਮਲੈਸ ਹੋ ਗਏ ਸੀਗੇ, ਬਹੁਤ ਸਾਰੀਆਂ ਹਿਊਜ ਲੋਸ ਆਫ ਲਾਈਫਸ ਹੋਈਆਂ ਉਸ ਟਾਈਮ, ਲੋਕਾਂ ਦਾ ਘਰ ਖ਼ਤਮ ਹੋ ਗਏ ਸੀਗੇ, ਠੀਕ ਆ। ਲੋਕਾਂ ਨੇ ਸਾਰੇ ਇੱਕ ਦੂਸਰੇ ਨੂੰ ਮਾਰਨਾ ਸਟਾਰਟ ਕਰ ਦਿੱਤਾ ਸੀ, ਹਿੰਦੂਆਂ ਨੇ ਮੁਸਲਿਮਸ ਨੂੰ ਐਂਡ ਮੁਸਲਿਮ ਨੇ ਹਿੰਦੂਸ ਨੂੰ। ਨੈਕਸਟ ਇਜ਼ ਚੇਂਜ ਇਨ ਕੰਪੋਜੀਸ਼ਨ ਆਫ ਫੋਰਨ ਟ੍ਰੇਡ। ਪਾਰਟੀਸ਼ਨ ਦਾ ਐਡਵਰਸ ਇਫੈਕਟ ਪਿਆ ਇੰਡੀਆ ਦੇ ਫੋਰਨ ਟ੍ਰੇਡ 'ਤੇ। ਪਾਰਟੀਸ਼ਨ ਤੋਂ ਪਹਿਲਾਂ ਜਿਹੜਾ ਇੰਡੀਆ ਸੀ ਉਹ ਕਾਟਨ, ਜੂਟ ਅਤੇ ਫੂਡ ਗ੍ਰੇਨਸ ਨੂੰ ਐਕਸਪੋਰਟ ਕਰਦਾ ਸੀ, ਬਟ ਪਾਰਟੀਸ਼ਨ ਤੋਂ ਬਾਅਦ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੰਪੋਰਟ ਕਰਨ ਲੱਗ ਗਿਆ, ਕਿਉਂਕਿ ਸਾਰੀਆਂ ਜਿਹੜੀਆਂ ਚੀਜ਼ਾਂ ਜਿੱਥੇ ਪ੍ਰੋਡਕਸ਼ਨ ਹੁੰਦਾ ਸੀ ਉਹ ਸਾਰਾ ਏਰੀਆ ਪਾਕਿਸਤਾਨ ਦੇ ਵਿੱਚ ਚਲ ਗਿਆ, ਜਿਸ ਕਾਰਨ ਇੰਡੀਆ ਫੋਰਸਡ ਹੋ ਗਿਆ ਕਿ ਉਹ ਇਹ ਸਾਰੀਆਂ ਚੀਜ਼ਾਂ ਨੂੰ ਇੰਪੋਰਟ ਕਰੇ। ਨੈਕਸਟ ਇਜ਼ ਕਲੋਨੀਅਲ ਇਕੋਨਮੀ। Next is colonial economy. Prior to independence ਤੋਂ ਪਹਿਲਾਂ ਜਿਹੜੀ ਆਪਣੀ ਸਾਡੀ ਇਕੋਨਮੀ ਸੀ ਉਹ ਕਲੋਨੀ ਸੀ ਉਹ ਬ੍ਰਿਟਿਸ਼ ਗਵਰਨਮੈਂਟ ਦੀ। ਜਿਹੜਾ ਬ੍ਰਿਟਿਸ਼ ਗਵਰਨਮੈਂਟ ਸੀ ਉਹ ਬਹੁਤ ਐਕਸਪਲੋਇਟ ਕਰਦੀ ਸੀ ਇੰਡੀਅਨ ਇਕੋਨਮੀ ਨੂੰ ਆਪਣੇ ਇੰਟਰਸਟ ਦੇ ਲਈ। ਉਹਨਾਂ ਦੀ ਜਿਹੜੀ ਡੋਮੈਸਟਿਕ ਇੰਡਸਟਰੀ ਸੀ ਉਹਨਾਂ ਨੇ ਉਹਦੇ 'ਤੇ ਬਹੁਤ ਜ਼ਿਆਦਾ ਹੈਵੀ ਟੈਕਸਿਸ ਇੰਪਲਾਈ ਕੀਤੇ ਹੋਏ ਸੀ, ਤਾਂ ਕਿ ਉਹਨਾਂ ਨੇ ਟੈਕਸਿਸ ਇਸ ਲਈ ਲਗਾਏ ਹੋਏ ਸੀ ਹੈਵੀ, ਤਾਂ ਕਿ ਉਹ ਚਾਹੁੰਦੇ ਸੀ ਕਿ ਜਿਹੜੇ ਇੰਡੀਅਨ ਸੀਗੇ ਉਹ ਜਿਹੜੇ ਬ੍ਰਿਟਿਸ਼ ਇੰਡਸਟਰੀ ਵਿੱਚ ਜਿਹੜੀਆਂ ਗੁੱਡਸ ਮੈਨੂਫੈਕਚਰਿੰਗ ਹੁੰਦੀਆਂ ਸੀਗੀਆਂ ਉਹਨਾਂ ਨੂੰ ਖਰੀਦਣ, ਅਤੇ ਉਹ ਇੰਡੀਅਨਸ ਨੂੰ ਫੋਰਸ ਕਰਦੇ ਸੀ ਕਿ ਉਹ ਉਸ ਕਰੋਪਸ ਨੂੰ ਜਾਂ ਫਸਲ ਨੂੰ ਗਰੋ ਕਰਨ, ਜਿਹੜੇ ਕਿ ਐਜ਼ ਏ ਰॉ ਮਟੀਰੀਅਲ ਯੂਜ਼ ਹੁੰਦੀਆਂ ਸੀ ਬ੍ਰਿਟਿਸ਼ ਇੰਡਸਟਰੀਜ਼ ਦੇ ਵਿੱਚ। ਨੈਕਸਟ ਇਜ਼ ਫਰੀਕੁਐਂਟ ਫੇਮਾਈਨਸ। During the period from 1858 to 1908, India faced 20 famines। ਜਿਹੜੀ ਬ੍ਰਿਟਿਸ਼ ਫੋਰਸ ਕਰਦੇ ਸੀ ਫਾਰਮਰਸ ਨੂੰ ਕਿ ਉਹ ਕਮਰਸ਼ੀਅਲ ਕਰੋਪਸ ਲਾਈਕ ਫੂਡ ਗ੍ਰੇਨਸ, ਕਮਰਸ਼ੀਅਲ ਕਰੋਪਸ ਨੂੰ ਗਰੋ ਕਰੇ, ਜਿਸ ਕਾਰਨ ਕੀ ਹੋਇਆ ਫੂਡ ਗ੍ਰੇਨਸ ਦੀ ਸ਼ੋਰਟੇਜ ਹੋ ਗਈ ਇੰਡੀਆ ਦੇ ਵਿੱਚ, ਜਿਸ ਕਾਰਨ 1943 ਦੇ ਵਿੱਚ ਸੈਵਰਲ ਫੇਮਾਈਨਸ ਆਏ ਬੰਗਾਲ ਦੇ ਵਿੱਚ। ਅਪਰੋਕਸੀਮੇਟਲੀ 30 ਲੱਖ ਪਰਸਨ ਉਸ ਕਾਰਨ ਉਹਨਾਂ ਦੀ ਡੈਥ ਹੋ ਗਈ। ਨੈਕਸਟ ਫਸਟ ਪੁਆਇੰਟ ਫਰੀਕੁਐਂਟ ਫੇਮਾਈਨਸ ਦੇ ਅੰਡਰ ਮੋਰ ਡਿਪੈਂਡੈਂਸ ਔਨ ਰੇਨਫਾਲ। ਜਿਹੜੀ ਇੰਡੀਅਨ ਐਗਰੀਕਲਚਰ ਸੈਕਟਰ ਆ ਉਹਦੇ ਵਿੱਚ ਮਤਲਬ ਇਰੀਗੇਸ਼ਨ ਦੇ ਲਈ ਇੰਡੀਅਨ ਐਗਰੀਕਲਚਰ ਜ਼ਿਆਦਾਤਰ ਰੇਨਫਾਲ ਬਾਰਿਸ਼ ਦੇ ਉੱਪਰ ਡਿਪੈਂਡ ਕਰ ਰਿਹਾ, ਜਿਸ ਕਾਰਨ ਉਹਦੀ ਜਿਹੜੀ ਪ੍ਰੋਡਕਟੀਵਿਟੀ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਕਿਉਂਕਿ ਕਈ ਵਾਰ ਹੁੰਦਾ ਕਿ ਰੇਨਫਾਲ ਬਿਲਕੁਲ ਨਹੀਂ ਹੁੰਦੀ, ਕਈ ਵਾਰ ਹੁੰਦਾ ਕਿ ਬਹੁਤ ਜ਼ਿਆਦਾ ਹੁੰਦੀ ਐਕਸੈਸ ਦੇ ਵਿੱਚ। ਨੈਕਸਟ ਇਜ਼ ਐਕਸਪੋਰਟ ਆਫ ਫੂਡ ਗ੍ਰੇਨ। ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹ ਪੀਸੈਂਟਸ ਜਾਂ ਕਿਸਾਨਾਂ ਨੂੰ ਫੋਰਸ ਕਰਦੀ ਸੀ ਕਿ ਉਹ ਫੂਡ ਗ੍ਰੇਨ ਨੂੰ ਬ੍ਰਿਟਿਸ਼ ਜਿਹੜੀ ਉਹ ਫੂਡ ਗ੍ਰੇਨਸ ਨੂੰ ਬ੍ਰਿਟਿਸ਼ਰਸ ਨੂੰ ਲੋ ਰੇਟ 'ਤੇ ਐਕਸਪੋਰਟ ਕਰਦੀ ਸੀਗੀ, ਫੋਰਸ ਕਰਦੀ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹ ਫਾਰਮਰਸ ਨੂੰ ਫੋਰਸ ਕਰਦੇ ਸੀ ਕਿ ਉਹ ਫੂਡ ਗ੍ਰੇਨਸ ਨੂੰ ਲੋ ਰੇਟ 'ਤੇ ਐਕਸਪੋਰਟ ਕਰ ਦੇਵੇ ਇੰਗਲੈਂਡ ਨੂੰ। ਇਸ ਐਕਸਪੋਰਟ ਦੇ ਕਾਰਨ ਕੀ ਹੋਇਆ, ਇੰਡੀਆ ਦੇ ਵਿੱਚ ਜਿਹੜੀ ਡੋਮੈਸਟਿਕ ਇਕੋਨਮੀ ਵਿੱਚ ਸ਼ੋਰਟੇਜ ਆਫ ਫੂਡ ਗ੍ਰੇਨਸ ਹੋ ਗਈ, ਫੂਡ ਗ੍ਰੇਨਸ ਦੀ ਕਮੀ ਹੋ ਗਈ ਉਸ ਕਾਰਨ। ਨੈਕਸਟ ਇਜ਼ ਹਾਈ ਫੂਡ ਪ੍ਰਾਈਸਿਸ। ਹਾਈ ਫੂਡ ਪ੍ਰਾਈਸਿਸ ਮੈਨੀ ਫੈਕਟਰਸ ਕੰਟਰੀਬਿਊਟ ਟੂ ਹਾਈ ਫੂਡ ਪ੍ਰਾਈਸਿਸ ਇਨ ਡੋਮੈਸਟਿਕ ਇਕੋਨਮੀ। ਡੋਮੈਸਟਿਕ ਇਕੋਨਮੀ ਦੇ ਵਿੱਚ ਜਿਹੜੇ ਫੂਡ ਪ੍ਰਾਈਸਿਸ ਸੀ ਬਹੁਤ ਜ਼ਿਆਦਾ ਵੱਧ ਗਏ ਸੀ। ਉਹਦਾ ਰੀਜ਼ਨ ਕੀ ਸੀਗਾ, ਇੱਕ ਤਾਂ ਪਹਿਲਾਂ ਲੈਸ ਪ੍ਰੋਡਕਸ਼ਨ ਆਫ ਫੂਡ ਗ੍ਰੇਨਸ, ਕੀ ਐਗਰੀਕਲਚਰ ਜਿਹੜੀ ਪ੍ਰੋਡਕਸ਼ਨ ਸੀ ਉਹ ਬਹੁਤ ਘੱਟ ਸੀਗਾ ਪਰ ਹੈਕਟਰ। ਨੈਕਸਟ ਕਿ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹ ਫਾਰਮਰਸ ਨੂੰ ਕੰਪੈਲ ਕਰਦੀ ਸੀ ਕਿ ਉਹ ਆਪਣੇ ਫੂਡ ਗ੍ਰੇਨਸ ਨੂੰ ਐਕਸਪੋਰਟ ਕਰੇ ਇੰਗਲੈਂਡ ਨੂੰ,
थर्ड पॉइंट सीगा कि कुछ ਜਿਹੜੇ ਸਪੈਕੂਲੇਟਰ ਸੀ ਜਾਂ ਬਲੈਕ ਮਾਰਕੀਟਰ ਸੀ ਉਹ ਫੂਡ ਗ੍ਰੇਨਸ ਨੂੰ ਹੋਲਡ ਕਰਕੇ ਰੱਖ ਲੈਂਦੇ ਸੀਗੇ ਫੋਰ ਤਾਂ ਕਿ ਉਹਨਾਂ ਨੂੰ ਤਾਂ ਕਿ ਆਰਟੀਫਿਸ਼ੀਅਲ ਸਕੇਅਰਸਿਟੀ ਆਫ ਫੂਡ ਗ੍ਰੇਨਸ ਹੋ ਸਕੇ ਅਤੇ ਉਹ ਪ੍ਰੋਫਿਟ ਲੈ ਸਕਣ ਜਦੋਂ ਪ੍ਰਾਈਸਿਸ ਇਨਕਰੀਜ਼ ਹੋ ਜਾਣਗੇ ਜਿਸ ਕਾਰਨ ਕਿ ਫੂਡ ਦੀ ਪ੍ਰਾਈਸਿਸ ਇਸ ਤਰ੍ਹਾਂ ਕਿ ਇੱਕ ਲੈਸ ਪ੍ਰੋਡਕਸ਼ਨ ਆਫ ਫੂਡ ਗ੍ਰੇਨ ਐਕਸਪੋਰਟ ਆਫ ਫੂਡ ਗ੍ਰੇਨ ਅਤੇ ਹੋਰਡਿੰਗ ਆਫ ਫੂਡ ਗ੍ਰੇਨ ਦੇ ਕਾਰਨ ਜਿਹੜੀ ਫੂਡ ਦੀ ਪ੍ਰਾਈਸਿਸ ਸੀ ਬਹੁਤ ਜ਼ਿਆਦਾ ਵੱਧ ਗਈ ਸੀ ਜਿਸ ਕਾਰਨ ਜਿਹੜੇ ਗਰੀਬ ਲੋਕ ਸੀ ਉਹਨਾਂ ਲਈ ਫੂਡ ਪਰਚੇਜ਼ ਕਰਨਾ ਬਹੁਤ ਔਖਾ ਹੋ ਚੁੱਕਿਆ ਸੀ ਉਸ ਟਾਈਮ ਨੈਕਸਟ ਇਜ਼ ਫੋਰਸਡ ਕਮਰਸ਼ੀਅਲਾਈਜੇਸ਼ਨ ਆਫ ਐਗਰੀਕਲਚਰ ਬ੍ਰਿਟਿਸ਼ਰਸ ਫੋਰਸ ਦਾ ਇੰਡੀਅਨ ਫਾਰਮਰਸ ਟੂ ਕਲਟੀਵੇਟ ਕਮਰਸ਼ੀਅਲ ਕ੍ਰੋਪ ਜਿਹੜੇ ਬ੍ਰਿਟਿਸ਼ ਗਵਰਨਮੈਂਟ ਸੀ ਉਹ ਇੰਡੀਅਨ ਫਾਰਮਰਸ ਨੂੰ ਫੋਰਸ ਕਰਦੀ ਸੀ ਕਿ ਉਹ ਕਮਰਸ਼ੀਅਲ ਕ੍ਰੋਪ ਲਾਈਕ ਇੰਡੀਗੋ ਜੂਟ ਟੀ ਕਾਟਨ ਕੌਫੀ ਅਤੇ ਸ਼ੂਗਰ ਕੇਨ ਇਹਨਾਂ ਦਾ ਪ੍ਰੋਡਕਸ਼ਨ ਕਰੇ ਬ੍ਰਿਟਿਸ਼ ਰੂਲਸ ਤੋਂ ਪਹਿਲਾਂ ਜਿਹੜੀ ਫਾਰਮਰ ਸੀ ਉਹ ਸਿਰਫ ਫੂਡ ਗ੍ਰੇਨਸ ਨੂੰ ਪ੍ਰੋਡਕਸ਼ਨ ਕਰਦੀ ਸੀ ਬਟ ਜਿਹੜਾ ਆਫਟਰ ਬ੍ਰਿਟਿਸ਼ ਗਵਰਨਮੈਂਟ ਉਹਨਾਂ ਨੂੰ ਫੋਰਸਫੁਲੀ ਕਮਰਸ਼ੀਅਲਾਈਜੇਸ਼ਨ ਕਰਵਾ ਦਿੱਤਾ ਉਹਨਾਂ ਨੇ ਐਗਰੀਕਲਚਰ ਦਾ ਉਹਨਾਂ ਨੇ ਕਿਹਾ ਕਿ ਕਮਰਸ਼ੀਅਲ ਕ੍ਰੋਪਸ ਲਾਈਕ ਇੰਡੀਗੋ ਜੂਟ ਵਗੈਰਾ ਇਹਨਾਂ ਦਾ ਪ੍ਰੋਡਕਸ਼ਨ ਜ਼ਿਆਦਾ ਸਟਾਰਟ ਕਰ ਦਿੱਤਾ ਜਿਸ ਕਾਰਨ ਜਿਹੜੀ ਫੂਡਸ ਦੀ ਪ੍ਰੋਬਲਮ ਇੰਡੀਆ ਦੇ ਵਿੱਚ ਕ੍ਰੀਏਟ ਹੋ ਗਈ ਨੈਕਸਟ ਇਜ਼ ਐਗਰੀਕਲਚਰਲ ਅਨਐਮਪਲੋਇਮੈਂਟ ਕਾਟੇਜ ਹੈਂਡੀਕ੍ਰਾਫਟ ਅਤੇ ਹੈਂਡਲੂਮ ਇੰਡਸਟਰੀਜ਼ ਇਹਨਾਂ ਸਾਰਿਆਂ ਦੀ ਮਤਲਬ ਕਿ ਜਿਹੜਾ ਡਿਵੈਲਪਮੈਂਟ ਨਹੀਂ ਸੀ ਉਹ ਬਹੁਤ ਜ਼ਿਆਦਾ ਬੈਕਵਰਡ ਸੀ ਜਿਸ ਕਾਰਨ ਜਿਹੜੇ ਲੇਬਰ ਸੀਗੇ ਉਹ ਕੀ ਰੂਰਲ ਏਰੀਆ ਵੱਲ ਸ਼ਿਫਟ ਹੋਣ ਲੱਗੇ ਐਗਰੀਕਲਚਰ ਵਿੱਚ ਐਮਪਲੋਇਮੈਂਟ ਲਈ ਬਟ ਐਗਰੀਕਲਚਰ ਜਿਹੜਾ ਉਹ ਪਹਿਲੀ ਬਹੁਤ ਬੈਕਵਰਡ ਸੀ ਜਿਸ ਕਾਰਨ ਜਿਹੜੇ ਐਗਰੀਕਲਚਰ ਅਨਐਮਪਲੋਇਮੈਂਟ ਹੋਰ ਜ਼ਿਆਦਾ ਵੱਧ ਗਈ ਨੋ ਇਫੈਕਟਿਵ ਮੇਜਰਸ ਟੂ ਪ੍ਰੀਵੈਂਟ ਫੇਮਾਈਨਸ ਬ੍ਰਿਟਿਸ਼ ਗਵਰਨਮੈਂਟ ਨੇ ਉਸ ਟਾਈਮ ਇੱਕ ਕੌਂਸਟੀਟਿਊਟ ਬਣਾਇਆ ਸੀ ਬ੍ਰਿਟਿਸ਼ ਗਵਰਨਮੈਂਟ ਨੇ ਇੱਕ ਫੇਮਾਈਨਸ ਨੂੰ ਠੀਕ ਕਰਨ ਲਈ ਇੱਕ ਮਤਲਬ ਉਸ ਟਾਈਮ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਹੋਇਆ ਸੀਗਾ ਬਟ ਜਿਹੜਾ ਉਹਦੀਆਂ ਸੁਜੈਸ਼ਨ ਸੀਗੀਆਂ ਜੋ ਪੋਲਿਸੀ ਸੀਗੀਆਂ ਉਹ ਸਹੀ ਨਹੀਂ ਹੁੰਦੀਆਂ ਸੀਗੀਆਂ ਉਹਨਾਂ ਨੇ ਕੋਈ ਵੀ ਲੌਂਗ ਟਰਮ ਫੇਮਾਈਨ ਪ੍ਰੀਵੈਂਟ ਪੋਲਿਸੀ ਨੂੰ ਨਹੀਂ ਅਡੋਪਟ ਕੀਤਾ ਉਸ ਟਾਈਮ ਨੈਕਸਟ ਇਜ਼ ਸਟਰਕਚਰਲ ਪੈਟਰਨ ਔਰ ਮੇਨ ਇਕਨੋਮਿਕ ਐਕਟੀਵਿਟੀ ਆਫ ਇੰਡੀਆ ਔਨ ਦ ਈਵ ਆਫ ਇੰਡੀਪੈਂਡੈਂਸ ਕਿ ਇੰਡੀਆ ਦਾ ਸਟਰਕਚਰ ਪੈਟਰਨ ਕਿਸ ਤਰ੍ਹਾਂ ਦਾ ਸੀਗਾ ਕਿ ਜਦੋਂ ਇੰਡੀਪੈਂਡੈਂਸ ਹੋਈ ਉਸ ਟਾਈਮ ਇੰਡੀਆ ਦਾ ਸਟਰਕਚਰ ਇਹ ਸੀ ਕਿ ਇੰਡੀਆ ਦੇ ਵਿੱਚ ਐਗਰੀਕਲਚਰ ਸੈਕਟਰ 'ਤੇ ਡੋਮੀਨੈਂਸ ਆਫ ਐਗਰੀਕਲਚਰ ਮਤਲਬ ਕਿ ਐਗਰੀਕਲਚਰ ਸੈਕਟਰ 'ਤੇ ਡਿਪੈਂਡੈਂਸ ਬਹੁਤ ਜ਼ਿਆਦਾ ਸੀਗੀ ਇੰਡਸਟਰੀਜ਼ ਬਹੁਤ ਇੰਡਸਟਰੀ ਸੈਕਟਰ ਬਹੁਤ ਬੈਕਵਰਡ ਸੀ ਜਿਹੜਾ ਟੈਰਿਟਰੀ ਸੈਕਟਰ ਸੀਗਾ ਲਾਈਕ ਟਰਾਂਸਪੋਰਟ ਕਮਿਊਨੀਕੇਸ਼ਨ ਬੈਂਕਿੰਗ ਟਰੇਡ ਐਕਸੈਕਟਰਾ ਉਹਨਾਂ ਦਾ ਨੈਸ਼ਨਲ ਇਨਕਮ ਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਸੀਗਾ ਉਹ ਬਹੁਤ ਹੀ ਘੱਟ ਸੀਗਾ ਫਸਟ ਪੁਆਇੰਟ ਇਜ਼ ਇੰਡੀਅਨ ਐਗਰੀਕਲਚਰ ਔਨ ਦ ਈਵ ਆਫ ਇੰਡੀਪੈਂਡੈਂਸ ਜਿਹੜੀ ਇੰਡੀਅਨ ਐਗਰੀਕਲਚਰ ਸੀ ਇੰਡੀਪੈਂਡੈਂਸ ਦੇ ਟਾਈਮ ਬਹੁਤ ਹੀ ਜ਼ਿਆਦਾ ਬੈਕਵਰਡ ਸੀਗੀ ਉਸ ਟਾਈਮ ਇਹਦੇ ਮੇਨ ਫੀਚਰਸ ਕੀ ਸੀਗੇ ਫਸਟ ਇਜ਼ ਲੈਸ ਐਗਰੀਕਲਚਰ ਪ੍ਰੋਡਕਸ਼ਨ ਜਿਹੜਾ ਐਗਰੀਕਲਚਰ ਦਾ ਪ੍ਰੋਡਕਸ਼ਨ ਸੀ ਉਹ ਬਹੁਤ ਹੀ ਘੱਟ ਸੀ 1947 ਦੇ ਟਾਈਮ ਓਨਲੀ 30 ਕਰੋੜ ਹੈਕਟਰ ਆਫ ਲੈਂਡ ਵਾਜ਼ ਅੰਡਰ ਕਲਟੀਵੇਸ਼ਨ ਸਿਰਫ 13 ਕਰੋੜ ਜਿਹੜੀ ਹੈਕਟਰ ਸੀ ਕਲਟੀਵੇਸ਼ਨ ਲਈ ਯੂਜ਼ ਕੀਤੀ ਜਾਂਦੀ ਸੀ ਅਤੇ ਉਸ ਤੋਂ ਪ੍ਰੋਡਕਸ਼ਨ ਹੁੰਦਾ ਸੀ ਸਿਰਫ 527 ਲੱਖ ਟਨ ਆਫ ਫੂਡ ਗ੍ਰੇਨਸ ਜਿਸ ਵਿੱਚੋਂ 64 ਲੱਖ ਟਨਸ ਵੀਟ ਸੀ ਅਤੇ 170 ਲੱਖ ਟਨ ਆਫ ਰਾਈਸ ਸੀਗਾ ਨੈਕਸਟ ਇਜ਼ ਬੈਕਵਰਡ ਐਗਰੀਕਲਚਰ ਜਿਹੜੀ ਐਗਰੀਕਲਚਰ ਸੈਕਟਰ ਸੀ ਉਹ ਬਹੁਤ ਬੈਕਵਰਡ ਸੀਗਾ ਜਿਹੜੀ ਪ੍ਰੋਡਕਸ਼ਨ ਬਹੁਤ ਘੱਟ ਸੀ ਪ੍ਰੋਡਕਸ਼ਨ ਘੱਟ ਹੋਣ ਦੇ ਰੀਜ਼ਨ ਕੀ ਸੀ ਜਿਹੜੇ ਗੁੱਡ ਸੀਡ ਸੀ ਫਰਟੀਲਾਈਜ਼ਰ ਸੀ ਉਹ ਇਰੀਗੇਸ਼ਨ ਫੈਸਿਲਿਟੀ ਸੀ ਇਹਨਾਂ ਸਾਰਿਆਂ ਦੀ ਬਹੁਤ ਜ਼ਿਆਦਾ ਕਮੀ ਸੀ ਉਸ ਟਾਈਮ ਵਿੱਚ next is less utilization of agricultural inputs ਉਸ ਟਾਈਮ ਜਿਹੜੇ ਐਗਰੀਕਲਚਰਲ ਇਨਪੁਟ ਸੀ ਲਾਈਕ ਸੀਡਸ ਹੋ ਗਿਆ ਫਰਟੀਲਾਈਜ਼ਰ ਹੋ ਗਿਆ ਇਰੀਗੇਸ਼ਨ ਮਾਡਰਨ ਮੈਥਡਸ ਉਹਨਾਂ ਦਾ ਬਹੁਤ ਘੱਟ ਯੂਜ਼ ਕੀਤਾ ਜਾਂਦਾ ਸੀ ਜਿਸ ਕਾਰਨ ਜਿਹੜਾ ਐਗਰੀਕਲਚਰ 'ਤੇ ਬਹੁਤ ਜ਼ਿਆਦਾ ਬੈਡ ਇਫੈਕਟ ਪਿਆ ਨੈਕਸਟ ਇਜ਼ ਕਮਰਸ਼ੀਅਲਾਈਜੇਸ਼ਨ ਆਫ ਐਗਰੀਕਲਚਰ ਦਾ ਉਸ ਟਾਈਮ ਕਮਰਸ਼ੀਅਲਾਈਜੇਸ਼ਨ ਕਰ ਦਿੱਤਾ ਇੰਡੀਪੈਂਡੈਂਸ ਦੇ ਟਾਈਮ ਉਹਦੇ ਨਾਲ ਕੀ ਹੋਇਆ ਕਿ ਲੋਕੀ ਪ੍ਰੋਡਕਸ਼ਨ ਕਰਨ ਲੱਗੇ ਫੋਰ ਸੇਲ ਪਰਪਸ ਦੇ ਲਈ ਲੈਂਡ ਟੈਨਿਓਰ ਸਿਸਟਮ
उस टाइम थ्री प्रिंसीपल सी लैंड टैन्योर सिस्टम दे, एक जिमीदारी सिस्टम सी, महलवाड़ी सिस्टम सी ते रियातवारी सिस्टम सी। इन्हां सारे सिस्टम ਦੇ ਵਿੱਚ ਇੱਕ ਲੌਂਗ ਚੇਨ ਆਫ ਮਿਡਲਮੈਨਸ ਦੀ ਹੁੰਦੀ ਸੀ, ਜਿਹੜੇ ਕਿ ਬਿਟਵੀਨ ਦੀ ਗਵਰਨਮੈਂਟ ਐਂਡ ਐਕਚੁਅਲ ਕਲਟੀਵੇਟਰ। ਮਿਡਲਮੈਨਸ ਜਿਹੜੇ ਹੁੰਦੇ ਸੀ ਕਿ ਉਹ ਬਹੁਤ ਜ਼ਿਆਦਾ ਐਕਸਪਲੋਇਟ ਕਰਦੇ ਸੀਗੇ ਐਕਚੁਅਲ ਕਲਟੀਵੇਟਰ ਨੂੰ, ਜਿਸ ਕਾਰਨ ਉਸ ਚੀਜ਼ ਦਾ ਐਡਵਰਸ ਇਫੈਕਟ ਪਿਆ ਐਗਰੀਕਲਚਰ ਦੀ ਪ੍ਰੋਡਕਟੀਵਿਟੀ 'ਤੇ। ਰੂਰਲ ਇੰਡੈਪਟਡਨੈਸ, ਬਹੁਤ ਸਾਰੇ ਫੈਕਟਰ ਸੀ ਜਿਹੜੇ ਫਾਰਮਰਸ ਨੂੰ ਹੈਵੀ ਇੰਡੈਪਟਡਨੈਸ ਦੇ ਵਿੱਚ ਉਲਝਾ ਕੇ ਰੱਖਦੇ ਸੀਗੇ, ਮਤਲਬ ਕਿ ਫਸਾ ਕੇ ਰੱਖਦੇ ਸੀ। ਉਹਨਾਂ ਦੇ ਬਰਡਨ ਬਹੁਤ ਜ਼ਿਆਦਾ ਹੁੰਦਾ ਸੀ ਕਿਸਾਨਾਂ ਦੇ ਉੱਪਰ, ਜੋ ਵੀ ਲੋਨਸ ਲੈਂਦੇ ਸੀਗੇ, ਕਿਉਂਕਿ ਉਹਨਾਂ ਦੀ ਪ੍ਰੋਡਕਟੀਵਿਟੀ ਬਹੁਤ ਜ਼ਿਆਦਾ ਘੱਟ ਹੁੰਦੀ ਸੀਗੀ। ਐਕਸੈਸਿਵ ਬਰਡਨਸ ਹੋਣ ਦੇ ਕਾਰਨ ਐਗਰੀਕਲਚਰ 'ਤੇ ਬਹੁਤ ਜ਼ਿਆਦਾ ਬੈਡ ਇਫੈਕਟ ਪਿਆ। ਮੋਰ ਪ੍ਰੈਸ਼ਰ ਆਫ ਪਾਪੂਲੇਸ਼ਨ ਔਨ ਲੈਂਡ ਉਸ ਟਾਈਮ ਐਗਰੀਕਲਚਰ ਹੀ ਸਭ ਦਾ ਮੇਨ ਐਮਪਲੋਇਮੈਂਟ ਹੁੰਦਾ ਸੀ ਉਸ ਟਾਈਮ, ਕਿਉਂਕਿ ਇੰਡਸਟਰੀਜ਼ ਇੰਨੀ ਜ਼ਿਆਦਾ ਡਿਵੈਲਪਡ ਨਹੀਂ ਸੀਗੀਆਂ। ਇਸ ਕਾਰਨ ਸਾਰੇ ਲੋਕ ਜਿਹੜਾ ਵੀ ਐਮਪਲੋਇਮੈਂਟ ਦੇ ਲਈ ਐਗਰੀਕਲਚਰ ਸੈਕਟਰ 'ਤੇ ਜ਼ਿਆਦਾ ਡਿਪੈਂਡ ਕਰਦਾ ਸੀ। ਪਾਰਟੀਸ਼ਨ ਦਾ ਟਾਈਮ ਅਪਰੋਕਸੀਮੇਟਲੀ 70% ਆਫ ਪਾਪੂਲੇਸ਼ਨ ਸੀ ਜਿਹੜੀ ਐਗਰੀਕਲਚਰ ਸੈਕਟਰ ਦੇ ਉੱਪਰ ਡਿਪੈਂਡ ਕਰਦੀ ਸੀ। ਨੈਕਸਟ ਇਜ਼ ਇੰਡੀਅਨ ਇੰਡਸਟਰੀ ਔਨ ਦ ਈਵ ਆਫ ਇੰਡੀਪੈਂਡੈਂਸ। First point is limited growth of consumer goods industries. ਇੰਡੀਪੈਂਡੈਂਸ ਦੇ ਟਾਈਮ ਬ੍ਰਿਟਿਸ਼ ਕੈਪੀਟਲ ਦੀ ਹੈਲਪ ਦੇ ਨਾਲ ਕੁਝ ਕੰਜ਼ਿਊਮਰ ਗੁੱਡਸ ਇੰਡਸਟਰੀ ਨੂੰ ਸੈਟਅਪ ਕੀਤਾ ਗਿਆ, ਲਾਈਕ ਕਾਟਨ, ਟੈਕਸਟਾਈਲ, ਜੂਟ ਮੈਨੂਫੈਕਚਰਿੰਗ, ਸ਼ੂਗਰ, ਮਾਚਿਸ, ਮੈਚ ਇੰਡਸਟਰੀਜ਼ ਸੈਕਟਰ ਵਗੈਰਾ। ਬਟ ਇਹਨਾਂ ਇੰਡਸਟਰੀ ਦਾ ਜ਼ਿਆਦਾਤਰ ਪ੍ਰੋਫਿਟ ਬ੍ਰਿਟਿਸ਼ ਗਵਰਨਮੈਂਟ ਹੀ ਲੈ ਜਾਂਦੀ ਸੀਗੀ। ਇਸ ਕਾਰਨ ਜਿਹੜੇ ਕੰਜ਼ਿਊਮਰ ਗੁੱਡਸ ਇੰਡਸਟਰੀ ਸੀ ਉਹਨਾਂ ਦੀ ਬਹੁਤ ਹੀ ਗਰੋਥ ਲਿਮਿਟਡ ਸੀ। ਨੈਕਸਟ ਇਜ਼ ਐਕਸਪੋਰਟ ਓਰੀਐਂਟਡ ਇੰਡਸਟਰੀਜ਼। ਬਾਏ ਦਾ ਟਾਈਮ ਇੰਡੀਅਨ ਗੋਟ ਇੰਡੀਪੈਂਡੈਂਸ ਸੈਵਰਲ ਐਕਸਪੋਰਟ ਓਰੀਐਂਟਡ ਇੰਡਸਟਰੀਜ਼ ਹੈਜ਼ ਬੀਨ ਐਸਟੈਬਲਿਸ਼। ਜਿਹੜੀ ਬ੍ਰਿਟਿਸ਼ ਡੈਲੀਬਰੇਟਲੀ ਡਿਵੈਲਪ ਥੀਸ ਇੰਡਸਟਰੀਜ਼ with a view to exporting their produce to meet the requirement of British industry। ਬ੍ਰਿਟਿਸ਼ ਗਵਰਨਮੈਂਟ ਨੇ ਇਸ ਲਈ ਸੈਟਅਪ ਕੀਤੀਆਂ ਸੀ ਤਾਂ ਜੋ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਪ੍ਰੋਡਕਸ਼ਨ ਹੋਇਆ ਆ ਉਹਨੂੰ ਐਕਸਪੋਰਟ ਕਰ ਸਕੇ ਆਪਣੀ ਇੰਡਸਟਰੀ ਦੇ ਵਿੱਚ, ਤਾਂ ਕਿ ਬ੍ਰਿਟਿਸ਼ ਇੰਡਸਟਰੀ ਦੀ ਰਿਕੁਆਇਰਮੈਂਟ ਨੂੰ ਪੂਰਾ ਕੀਤਾ ਜਾ ਸਕੇ। ਨੈਕਸਟ ਇਜ਼ ਲੈਕ ਆਫ ਬੇਸਿਕ ਇੰਡਸਟਰੀਜ਼ ਇਨ ਦ ਈਵ ਆਫ ਇੰਡੀਪੈਂਡੈਂਸ। ਜਿਹੜੀ ਬੇਸਿਕ ਇੰਡਸਟਰੀ ਸੀ ਇੰਡੀਆ ਦੇ ਵਿੱਚ, ਬੇਸਿਕ ਅਤੇ ਹੈਵੀ ਲਾਈਕ ਆਇਰਨ, ਸਟੀਲ, ਮਸ਼ੀਨਸ ਬਿਲਡਿੰਗ ਵਾਲੀਆਂ, ਇਹਨਾਂ ਸਾਰਿਆਂ ਦੀ ਬਹੁਤ ਹੀ ਜ਼ਿਆਦਾ ਕਮੀ ਸੀ। ਇੰਡੀਪੈਂਡੈਂਸ ਦੇ ਟਾਈਮ ਸਿਰਫ ਟਾਟਾ ਆਇਰਨ ਅਤੇ ਸਟੀਲ ਮਾਈਲਸ ਹੀ ਸੀਗੀਆਂ ਜਿਹੜੀਆਂ ਇੰਡੀਆ ਦੇ ਵਿੱਚ ਬੇਸਿਕ ਇੰਡਸਟਰੀ ਸੀਗੀਆਂ। ਉਸ ਤੋਂ ਇਲਾਵਾ ਕੋਈ ਵੀ ਇੰਨੀਆਂ ਹੈਵੀ ਇੰਡਸਟਰੀਜ਼ ਜੇ ਡਿਵੈਲਪ ਨਹੀਂ ਹੋਈਆਂ ਸੀ ਇੰਡੀਆ ਦੇ ਵਿੱਚ। ਨੈਕਸਟ ਇਜ਼ ਮੈਨੇਜਿੰਗ ਏਜੰਸੀ ਸਿਸਟਮ। ਇੰਡੀਆ ਦੇ ਵਿੱਚ ਇੰਡਸਟਰੀ ਸੈਕਟਰ ਨੂੰ ਸੈਟਅਪ ਕਰਨ ਦੇ ਲਈ ਜਿਹੜੀ ਬ੍ਰਿਟਿਸ਼ ਗਵਰਨਮੈਂਟ ਨੇ ਇੱਕ ਮੈਨੇਜਿੰਗ ਏਜੰਸੀ ਸਿਸਟਮ ਨੂੰ ਅਡੋਪਟ ਕੀਤਾ ਸੀ। ਬਟ ਇਹ ਜਿਹੜਾ ਮੈਨੇਜਿੰਗ ਏਜੰਸੀ ਸਿਸਟਮ ਸੀ ਉਹ ਵੀ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਕੰਟਰੋਲ ਸੀ, ਜਿਸ ਕਾਰਨ ਇੰਨੀ ਜ਼ਿਆਦਾ ਡਿਵੈਲਪ ਨਹੀਂ ਹੋ ਪਾਈ ਇੰਡਸਟਰੀ ਸੈਕਟਰ। ਨੈਕਸਟ ਇਜ਼ ਲੈਕ ਆਫ ਗਵਰਨਮੈਂਟ ਪੈਟਰਨੇਜ। ਡਿਊਰਿੰਗ ਦੀ ਬ੍ਰਿਟਿਸ਼ ਰਿਜ਼ਾਈਮ ਨੋ ਗਵਰਨਮੈਂਟ ਪੈਟਰਜਨ, ਮਤਲਬ ਕਿ ਗਵਰਨਮੈਂਟ ਦਾ ਕੋਈ ਵੀ ਇੱਕ ਪ੍ਰੋਟੈਕਸ਼ਨ ਕਹਿ ਸਕਦੇ ਹਾਂ ਕਿ ਗਵਰਨਮੈਂਟ ਦੀ ਡੋਮੈਸਟਿਕ ਇੰਡਸਟਰੀ ਨੂੰ ਕੋਈ ਪ੍ਰੋਟੈਕਸ਼ਨ ਜਾਂ ਸੰਰਕਸ਼ਣ ਨਹੀਂ ਸੀਗਾ, ਜਿਸ ਕਾਰਨ ਜਿਹੜੀਆਂ ਇਨਫੈਂਟ ਇੰਡਸਟਰੀ ਸੀਗੀਆਂ ਉਹ ਬਹੁਤ ਹੀ ਜ਼ਿਆਦਾ ਬੈਕਵਰਡ ਹੋਰ ਜ਼ਿਆਦਾ ਹੋ ਗਈਆਂ ਸੀਗੀਆਂ। ਨੈਕਸਟ ਇਜ਼ ਬਾਇਸ ਟੈਰਿਫ ਪੋਲਿਸੀ। ਜਿਹੜੀ ਬ੍ਰਿਟਿਸ਼ ਗਵਰਨਮੈਂਟ ਨੇ ਟੈਰਿਫ ਪੋਲਿਸੀ ਅਡੋਪਟ ਕੀਤੀ ਸੀ ਉਹ ਬਹੁਤ ਜ਼ਿਆਦਾ ਬਾਇਸ ਸੀ, ਕਿਉਂਕਿ ਜਿਹੜੀ ਇੰਡੀਅਨ ਡੋਮੈਸਟਿਕ ਟੈਰੀਟਰੀ ਸੀਗੀਆਂ ਉਹ ਜਿਹੜੀਆਂ ਡੋਮੈਸਟਿਕ ਇੰਡਸਟਰੀ ਸੀਗੀਆਂ ਉਹਨਾਂ 'ਤੇ ਬਹੁਤ ਜ਼ਿਆਦਾ ਟੈਕਸ ਲਗਾਏ ਜਾਂਦੇ ਸੀਗੇ, ਅਤੇ ਜਿਹੜੀਆਂ ਬ੍ਰਿਟਿਸ਼ ਇੰਡਸਟਰੀ ਸੀਗੀਆਂ ਉਹਨਾਂ ਦੇ ਉੱਪਰ ਬਹੁਤ ਘੱਟ ਟੈਕਸ ਇੰਪਲਾਈ ਕੀਤਾ ਜਾਂਦਾ ਸੀ। ਨੈਕਸਟ ਇਜ਼ ਬ੍ਰਿਟਿਸ਼ ਆਫਿਸਰਸ। ਆਲ ਕੀ ਪੋਸਟ ਇਨ ਦੀ ਇੰਡਸਟਰੀ, ਮਤਲਬ ਕਿ ਇੰਡਸਟਰੀ ਦੇ ਵਿੱਚ ਜਿਹੜੀਆਂ ਮੇਨ ਪੋਸਟ ਹੁੰਦੀਆਂ ਸੀਗੀਆਂ ਉਹ ਜ਼ਿਆਦਾ ਕਿਹਨਾਂ ਦੁਆਰਾ ਮੈਨੇਜ ਕੀਤੀਆਂ ਜਾਂਦੀਆਂ ਸੀਗੀਆਂ, ਬ੍ਰਿਟਿਸ਼ਰਸ ਦੁਆਰਾ, ਅਤੇ ਉਹ ਹਾਈ ਸੈਲਰੀਜ਼ ਲੈਂਦੇ ਸੀਗੇ, ਅਤੇ ਇੰਡੀਅਨਸ ਇਹਨਾਂ ਪੋਸਟਾਂ ਉੱਤੇ ਰਿਕੁਆਇਰਡ ਨਹੀਂ, ਇਹਨਾਂ 'ਤੇ ਹਾਇਰ ਨਹੀਂ ਕੀਤਾ ਜਾਂਦਾ ਸੀ। ਨੈਕਸਟ ਇਜ਼ ਕਾਟੇਜ ਐਂਡ ਸਮਾਲ ਸਕੇਲ ਇੰਡਸਟਰੀਜ਼। ਬ੍ਰਿਟਿਸ਼ ਰੂਲ ਤੋਂ ਪਹਿਲਾਂ ਜਿਹੜੀ ਇੰਡੀਆ ਦੀ ਕਾਟੇਜ ਅਤੇ ਸਮਾਲ ਸਕੇਲ ਇੰਡਸਟਰੀ ਸੀਗੀਆਂ
ਉਹ ਆਲ ਓਵਰ ਦੀ ਵਰਲਡ ਵਿੱਚ ਫੇਮਸ ਸੀਗੀਆਂ ਜਦੋਂ ਬਟ ਬ੍ਰਿਟਿਸ਼ ਰੂਲ ਜਦੋਂ ਆਇਆ ਉਹਨਾਂ ਨੇ ਇਸ ਤਰ੍ਹਾਂ ਦੀ ਪੋਲਿਸੀ ਨੂੰ ਅਡੋਪਟ ਕੀਤਾ ਜਿਸ ਕਾਰਨ ਇਹਨਾਂ ਇੰਡਸਟਰੀ 'ਤੇ ਬਹੁਤ ਜ਼ਿਆਦਾ ਐਡਵਰਸ ਇਫੈਕਟ ਪਿਆ। ਇੰਡੀਪੈਂਡੈਂਸ ਦੇ ਟਾਈਮ ਜਿਹੜੀਆਂ ਸਮਾਲ ਅਤੇ ਕਾਟੇਜ ਇੰਡਸਟਰੀਆਂ ਸੀਗੀਆਂ ਇਹ ਬਹੁਤ ਜ਼ਿਆਦਾ ਅੰਡਰ ਡਿਵੈਲਪਡ ਸੀਗੀਆਂ ਉਸ ਟਾਈਮ, ਕਿਉਂਕਿ ਇਹਨਾਂ ਦੇ ਵਿੱਚ ਮਾਡਰਨ ਟੈਕਨੀਕਸ ਨੂੰ ਯੂਜ਼ ਨਹੀਂ ਕੀਤਾ ਜਾਂਦਾ ਸੀਗਾ। ਲੈਕ ਆਫ ਸਕਿਲਡ ਲੇਬਰ ਸੀ, ਲੈਕ ਆਫ ਕੈਪੀਟਲ ਸੀ, ਰॉ ਮਟੀਰੀਅਲ ਨਹੀਂ ਮਿਲ ਪਾਉਂਦਾ ਸੀ, ਪ੍ਰੋਬਲਮ ਆਫ ਮਾਰਕੀਟਿੰਗ ਸੀ। ਇਹਨਾਂ ਸਾਰੀਆਂ ਪ੍ਰੋਬਲਮਸ ਦੇ ਕਾਰਨ ਕਾਟੇਜ ਅਤੇ ਸਮਾਲ ਸਕੇਲ ਇੰਡਸਟਰੀਜ਼ ਬਹੁਤ ਜ਼ਿਆਦਾ ਬੈਕਵਰਡ ਅਤੇ ਅੰਡਰ ਡਿਵੈਲਪਡ ਸੀਗੀਆਂ।